ਚੌਹਾਂ ਜੁਗਾਂ ਦਾ ਨਿਬੇੜਾ। ਬਿਲਾਵਲ ਮਹੱਲਾ ਤੀਜਾ। ਪੂਰਾ ਥਾਟ ਬਣਾਇਆ ਪੂਰਾ, ਵੇਖੋ ਏਕ ਸਮਾਨਾ। ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ। ਸਤਿਗੁਰ ਕੀ ਜਿਸਨੋ ਮਤ ਆਵੈ, ਸੋ ਸਤਿਗੁਰ ਮਾਹਿ ਸਮਾਨਾ। ਇਹ ਬਾਣੀ ਜੋ ਜਿਉ ਜਾਣੈ, ਤਿਸ ਅੰਤਰ ਰਵੈ ਹਰ ਨਾਮਾ। ਰਹਾਓ। ਚੌਂ ਜੁਗਾਂ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ। ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ, ਕਲ ਮੈਂ ਕੀਰਤ ਹਰ ਨਾਮਾ। ਜੁਗ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਨਾ। ਗੁਰਮੁਖ ਜਿਨੀ ਧਿਆਇਆ ਹਰ ਹਰ, ਜਗ ਤੇ ਪੂਰੇ ਪਰਵਾਨਾ। ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ, ਚੂਕੈ ਮਨ ਅਭਿਮਾਨਾ। ਕਹਿਤ ਸੁਣਤ ਸਭੇ ਸੁਖ ਪਾਵੈ, ਮਾਨਤ ਪਾਹੇ ਨਿਧਾਨਾ। ਵਿਆਖਿਆ। ਸਿਰਜਣਹਾਰ ਕਰਤਾਰ, ਸ੍ਰਿਸ਼ਟੀ ਰਚਨਹਾਰ ਕਰਤੇ ਪੁਰਖ ਨੇ, ਪੂਰੇ ਸਰਬੱਗ ਪੁਰਖ ਨਿਰੰਕਾਰ ਨੇ ਸ੍ਰਿਸ਼ਟੀ ਰਚਨਾ ਦਾ ਪੂਰਾ ਹੀ ਠਾਠ ਬਣਾਓ ਬਣਾਇਆ ਹੈ। ਦੇਖਣ ਵਾਲੀ ਅਚਰਜ ਗੱਲ ਇਹ ਹੈ ਕਿ ਸਭ ਇੱਕ ਸਮਾਨ ਹੀ ਥਾਟ ਥਟਿਆ ਹੋਇਆ ਹੈ। ਪੂਰੇ ਕਾ ਕੀਆ, ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀਂ। ਸ਼ਲੋਕ ਮਹੱਲਾ ਪਹਿਲਾ। ਗੁਰੂ ਪੂਰੇ ਨੇ ਰਚਨਾ ਰਚਨ ਵਿੱਚ ਕਿਤੇ ਘਾਟਵਾਦ ਨਹੀਂ ਕੀਤੀ, ਇੱਕ ਸਮਾਨ ਹੀ ਰਚਨਾ ਰਚੀ ਹੈ। ਇਹ ਰਚਿਆ ਹੋਇਆ ਸਾਰਾ ਸੰਸਾਰ ਪੰਜਾਂ ਤੱਤਾਂ ਦੀ ਹੀ ਰਚੀ ਪਰਪੰਚ ਰਚਨਾ ਹੈ। ਸਾਰੇ ਸੰਸਾਰੀ ਪੁਰਸ਼ ਪੰਚ ਤੱਤ ਕੀ ਪੰਜ ਭੂਤ ਕੀ ਕਰਮ ਕਰਦੇ ਹਨ, ਪਰ ਇਸ ਪਰਪੰਚ ਸੰਸਾਰ ਵਿੱਚ ਵਡਿਆਈ ਹੈ ਤਾਂ ਸੱਚੇ ਨਾਮ ਨਿਰਬਾਣੀ ਕਰਮ ਕਮਾਈਆਂ ਕਰਨ ਹਾਰਿਆਂ ਦੀ ਹੈ। ਹੋਰ ਕਿਸੇ ਕਰਮ ਦੀ, ਕਿਸੇ ਆਨ ਕਰਮ ਕਰਨ ਹਾਰੇ ਦੀ ਵਡਿਆਈ ਨਹੀਂ। ਮਤੇ ਕੋਈ ਆਨ ਪਰਪੰਚ ਕਰਮੀ ਆਪਣੇ ਪਰਪੰਚ ਕਰਮ ਦੀ ਵਡਿਆਈ ਲਈ ਫਿਰੇ ਤੇ ਕਰਮ ਵਡਿਆਈ ਦਾ ਅਭਿਮਾਨ ਕਰੀ ਫਿਰੇ, ਅਭਿਮਾਨ ਕਰਕੇ ਆਪਣੇ ਹਿਰਦੇ ਅੰਦਰ ਧਰੀ ਫਿਰੇ। ਜੇ ਕੋਈ ਕਿਸੇ ਹੋਰ ਆਪਣੇ ਕੀਤੇ ਕਰਮਾਂ ਦਾ ਅਭਿਮਾਨ ਆਪਣੇ ਮਨ ਵਿੱਚ ਕਰਦਾ ਹੈ, ਉਸ ਦਾ ਐਸਾ ਕਰਨਾ ਬਿਰਥਾ ਹੈ। ਬਿਰਥਾ ਹੀ ਨਹੀਂ, ਮਹਾ ਮੂਰਖਤਾ ਭਰਿਆ ਗੁਮਾਨ ਹੈ। ਤ੍ਰਿਤੀਏਸ ਗੁਰੂ ਨਾਨਕ ਅਮਰੇਸ਼ ਨੇ ਮੋਹਰ ਲਾ ਦਿੱਤੀ ਹੈ ਕਿ ਪਰਪੰਚ ਰਚਨਾ ਦੇ ਪਰਪੰਚੀ ਲੋਕਾਂ ਦੇ ਪਰਪੰਚ ਕਰਮਾਂ ਦੀ ਕੋਈ ਵਡਿਆਈ ਨਹੀਂ। ਇਸ ਪਰਪੰਚ ਵਿਖੇ ਵਡਿਆਈ ਹੈ ਤਾਂ ਸਾਚੇ ਨਾਮ ਨਿਰਬਾਣੀ ਨਾਮ ਕਰਮ ਅਭਿਆਸ ਦੀ ਹੈ। ਆਨ ਪਰਪੰਚ ਕਰਮੀ ਆਪੋ ਆਪਣੇ ਕਰਮਾਂ ਧਰਮਾਂ ਦਾ ਫਜ਼ੂਲ ਮਾਨ ਗੁਮਾਨ ਕਰੀ ਫਿਰਦੇ ਹਨ। ਸਤਿਗੁਰੂ ਦੀ ਜਿਸ ਨੂੰ ਸੱਚੀ ਸੁਮਤ ਗੁਰਮਤ ਮਤ ਆਉਂਦੀ ਹੈ, ਉਹ ਸੱਚੇ ਸਤਿਗੁਰੂ ਤੋਂ ਗੁਰਦੀਖਿਆ ਲੈ ਕੇ ਉਸ ਗੁਰਦੀਖਿਆ ਅਨੁਸਾਰੀ ਕਰਮ ਕਮਾਈਆਂ ਕਰਦਾ ਹੈ ਅਤੇ ਇਹ ਕਰਮ ਕਮਾਈਆਂ ਕਰਦਾ ਕਰਦਾ ਸਤਿਗੁਰੂ ਦੇ ਸਰੂਪ ਵਿਖੇ ਸਮਾ ਜਾਂਦਾ ਹੈ। ਇਹ ਕਰਮ ਕਮਾਈ ਸੱਚੇ ਨਾਮ ਦੀ ਹੀ ਹੈ, ਜੋ ਗੁਰਦੀਖਿਆ ਗੁਰਮੰਤਰ ਦੁਆਰਾ ਸਤਿਗੁਰੂ ਦੇ ਦੁਆਰਿਓਂ ਗੁਰਸਿੱਖਾਂ ਗੁਰਮੁਖ ਜਨਾਂ ਨੂੰ ਪ੍ਰਾਪਤ ਹੁੰਦੀ ਹੈ। ਜਿਸ ਨਾਮ ਅਭਿਆਸਮਈ ਕਰਮ ਕਮਾਈ ਨੂੰ ਕਰ ਕਰ ਉਕਤ ਗੁਰਮੁਖ ਜਨ ਪੰਚ ਪਰਵਾਨ ਪੰਚ ਪ੍ਰਧਾਨ ਗੁਰੂ ਵਰਦਰ ਨਿਸ਼ਾਨੇ ਹੋ ਜਾਂਦੇ ਹਨ। ਜੋ ਸਤਿਗੁਰੂ ਦੀ ਉਪਦੇਸ਼ ਦੀਖਿਆ ਰੂਪੀ ਬਾਣੀ ਨੂੰ ਮਨੋ ਤਨੋ ਹਿਤੋਂ ਚਿਤੋਂ ਜਿਗਰੋਂ ਸਤ ਜਾਣ ਕੇ ਮੰਨਦਾ ਹੈ, ਤਿਸ ਗੁਰਮੁਖ ਜਨ ਦੇ ਹਿਰਦੇ ਅੰਦਰ ਅੰਤਰ ਆਤਮੇ ਰਗੋ ਰੇਸ਼ੇ ਅੰਦਰ ਰੋਮ ਰੋਮ ਵਿੱਚ ਸੱਚੜਾ ਨਾਮ ਦ੍ਰਿੜਤਾ ਸਹਿਤ ਪ੍ਰਵੇਸ਼ ਹੋ ਜਾਂਦਾ ਹੈ। ਉਹੀ ਜਨ ਜੁਟ ਕੇ ਤੇ ਟੁੱਟ ਕੇ ਨਾਮ ਅਭਿਆਸ ਕਮਾਈਆਂ ਕਰਦਾ ਹੈ। ਇਸੇ ਪ੍ਰਧਾਨ ਕਰਮ ਦੁਆਰਾ ਹੀ ਨਿਸਤਾਰਾ ਪਾਰ ਉਤਾਰਾ ਹੈ। ਇਹੀ ਨਾਮ ਅਭਿਆਸ ਰੂਪੀ ਸੱਚੜਾ ਪ੍ਰਧਾਨ ਕਰਮ ਹੀ ਸਫਲ ਫਲਾਰਾ ਹੈ। ਗੁਰਮਤ ਨਾਮ ਦੀ ਇਸ ਪ੍ਰਧਾਨਤਾ ਫਜ਼ੀਲਤ ਦਾ ਤਤ ਨਿਬੇੜਾ ਹੁਣ ਨਿਬੇੜਾ ਹੈ। ਸਾਰੇ ਜੁਗਾਂ ਦੇ ਪਰਖ ਦੇਖੇ ਕਰਮਾਂ ਦੇ ਗੁਰਤ ਜ਼ਮੀਰ ਨੂੰ ਪ੍ਰਤੱਖ ਹੋਏ ਤਜਰਬਿਆਂ ਦਾ ਤਤ ਨਿਚੋੜ ਇਹੀ ਹੈ ਕਿ ਮਨੁੱਖ ਜਾਤੀ ਦੇ ਹਰ ਫਰਦੇ ਬਸ਼ਰ ਲਈ ਬਰਕਤਾਂ ਦਾ ਖਜ਼ਾਨਾ ਇੱਕੋ ਗੁਰਮਤ ਨਾਮ ਅਤੇ ਗੁਰਮਤ ਨਾਮ ਅਭਿਆਸਮਈ ਤਤ ਗੁਰਮਤ ਕਰਮ ਹੀ ਹੈ। ਨਾਮ ਨਿਧਾਨੀ ਬਰਕਤਾਂ ਵਾਲਾ ਪ੍ਰਧਾਨ ਗੁਰਮਤ ਕਰਮ ਇੱਕ ਸਰਬੋਤਮ ਕਰਮ ਹੈ, ਜਿਸ ਦੀ ਪ੍ਰਧਾਨਤਾ ਸਾਰੇ ਹੀ ਚਾਰੇ ਜੁਗਾਂ ਵਿੱਚ ਮੰਨੀ ਪਰਮੰਨੀ ਗਈ ਹੈ। ਨਰ ਪ੍ਰਾਣੀਆਂ ਦੇ ਜੁਗਾ ਜੁਗਾਂਤਰੀ ਕੀਤੇ ਕਰਮਾਂ ਦਾ ਨਿਬੇੜਾ ਹੁਣ ਇਸ ਕਲਯੁਗ ਅੰਦਰ ਹੋਣਾ ਹੈ, ਹੋਣ ਵਾਲਾ ਹੀ ਹੈ। ਨਾਮ ਨਿਧਾਨੀ ਗੁਰਮੁਖ ਪ੍ਰਧਾਨ ਕਰਮ ਵਾਲਿਆਂ ਦੀ ਹੀ ਹਰੇਕ ਕਰਮ ਛੇਤਰ ਅੰਦਰ ਜੈ ਵਿਜੈ ਹੋਣੀ ਹੈ, ਹਰ ਮੈਦਾਨ ਫਤਿਹ ਹੋਣੀ ਹੈ। ਜਿਸ ਜਿਸ ਨੂੰ ਵੀ ਇਹ ਨਾਮ ਨਿਧਾਨ ਮਿਲ ਗਿਆ, ਉਸੇ ਦੀ ਹੀ ਹਰੇਕ ਕਰਮ ਛੇਤਰ ਵਿੱਚ ਕਾਮਯਾਬੀ ਹੋਵੇਗੀ।
ਆਚਾਰ ਵਿਵਹਾਰੀ ਅਰਥ ਪਰਮਾਰਥੀ ਸਮਾਜਸੀ ਰਾਜਸੀ ਮੈਦਾਨ ਵਿੱਚ ਉੜਕ ਜੈ ਵਿਜਈ ਸੇਰਾ ਨਾਮ ਨਿਸ਼ਾਨੀਆਂ ਨੂੰ ਮਿਲਣਾ ਹੈ। ਖਾਲਸਾ ਕੌਮ ਨਾਮ ਨਿਧਾਨੀ ਕਰਮ ਪ੍ਰਧਾਨੀ ਗੁਰਮੁਖਾਂ ਦੀ ਹੀ ਹੈ। ਤੇਜ ਪ੍ਰਤਾਪ ਸਾਰਾ ਨਾਮ ਨਿਧਾਨ ਦੀ ਬਰਕਤ ਕਮਾਈਆਂ ਵਿੱਚ ਹੀ ਹੈ। ਨਾਮ ਦੀ ਬਰਕਤ ਕਮਾਈ ਵਾਲੇ ਖਾਲਸਾ ਜਨ ਉਹ ਹਨ ਜਿਨ੍ਹਾਂ ਨੇ ਜਾਗਤ ਜੋਤ ਨੂੰ ਨਿਸਬਾਸਰ ਜਪ ਕੇ ਪੂਰਨ ਜੋਤ ਨੂੰ ਆਪਣੇ ਘਟਾਂ ਵਿੱਚ ਜਗਾ ਲਿਆ ਹੈ। ਤਾਂ ਤੇ ਚੌਹਾਂ ਜੁਗਾਂ ਦਾ ਨਿਬੇੜਾ ਹੋਣਾ ਹੁਣ ਅਤ ਨੇੜੇ ਹੈ। ਕਸਰ ਹੈ ਤਾਂ ਘਟ ਜੋਤ ਜਗੰਤਰੇ ਗੁਰਮੁਖ ਜਨਾਂ ਨੂੰ ਪੰਥ ਅੰਦਰ ਪ੍ਰਗਟ ਰੂਪ ਵਿੱਚ ਪ੍ਰਧਾਨਤਾ ਮਿਲਣ ਦੀ ਹੈ। ਮਲੇਛ ਰਾਜ ਦੇ ਸਦੀਆਂ ਬੱਧੇ ਉਲਟ ਪ੍ਰਭਾਵ ਪੈਣ ਕਰਕੇ ਅਤੇ ਮਲੇਛੀ ਹਕੂਮਤ ਦੀ ਗੁਲਾਮੀ ਕਰਨ ਕਰਕੇ ਇਸ ਮਲੇਛੀ ਹਕੂਮਤ ਦੀ ਗੁਲਾਮੀ ਕਰਨ ਹਾਰੇ ਸਿੱਖ ਸ਼ਕਲ ਦੇ ਗੁਲਾਮਾਂ ਅੰਦਰ ਮਲੇਛਤਾ ਛਾ ਗਈ ਹੈ। ਮਲੇਛਤਾ ਘਰ ਕਰ ਗਈ ਹੋਈ ਹੈ, ਜਿਸ ਕਰਕੇ ਖਾਲਸਾਈ ਤੱਤ ਉਹਨਾਂ ਵਿੱਚ ਨਹੀਂ ਰਿਹਾ। ਮਲੇਛਤਾ ਦਾ ਮਿਲਗੋਬਾਪਨ ਵਰਤ ਗਿਆ। ਇਹ ਮਲੇਛੀ ਮਿਲਗੋਬਾਪਨ ਅੰਸੀਏ ਦੇਖਣ ਪਾਖਣ ਨੂੰ ਸਿੱਖ ਦਿਸਣ ਵਾਲੇ ਮਾਣੂ ਮਲੇਛ ਸਿੱਖ ਬਣ ਗਏ ਹਨ, ਜਿਨ੍ਹਾਂ ਦੇ ਕਰਮ ਧਰਮ ਚੱਜ ਆਚਾਰ ਸਭ ਮਲੇਛਾਂ ਵਾਲੇ ਹੀ ਹਨ। ਸਿਰਫ ਬੁਰਕਾ ਹੀ ਬੁਰਕਾ ਸਿੱਖੀ ਦਾ ਹੈ। ਨਾਮ ਨਿਧਾਨ ਤਿਨਾਂ ਦੇ ਨੇੜੇ ਨਹੀਂ। ਨਾਮ ਨਿਧਾਨੀ ਪ੍ਰਧਾਨ ਕਮਾਈਆਂ ਤਾਂ ਉਹਨਾਂ ਤੋਂ ਕੀ ਹੋਣੀਆਂ ਸਨ। ਅਹੰਗਮਤ ਮਤਸਰੀ ਬਣੇ ਹੋਏ ਆਪਣੀ ਕੌਮ ਦੇ ਅੰਗਾਂ ਨੂੰ ਹੀ ਵੱਡ-ਵੱਡ ਖਾ ਰਹੇ ਹਨ। ਇੱਕ ਦੂਜੇ ਦੇ ਵੈਰੀ ਹੋ ਗਏ ਹਨ। ਖਾਲਸਾਈ ਗੈਰਤ ਅਣਖ ਤਿੰਨਾਂ ਦੇ ਅੰਦਰ ਰਾਈ ਮਾਤਰ ਵੀ ਨਹੀਂ ਰਹੀ। ਨਿਪੁੰਸਕ ਆਨਮਤੀ ਹਕੂਮਤ ਦੀ ਚਾਕਰੀ ਗੁਲਾਮੀ ਕਰਨਾ ਬੜਾ ਭਾਰਾ ਫਖਰ ਸਮਝਦੇ ਹਨ। ਪੰਥ ਵਿੱਚ ਫੋਕੀ ਚੌਧਰਤਾ ਹੀ ਭਾਲਦੇ ਹਨ। ਪੰਥ ਅੰਦਰ ਇਹ ਜੋ ਫੋਕਟ ਚੌਧਰਤਾ ਦੇ ਧੜੇ ਬਣ ਰਹੇ ਹਨ, ਇਹ ਸਭ ਇਸ ਕਰਕੇ ਹਨ ਕਿ ਇਹਨਾਂ ਅੰਦਰ ਮਹਾ ਮਲੇਛਤਾ ਛਾਈ ਹੋਈ ਹੈ, ਜੋ ਮਿਟਾਈ ਮਿਟਦੀ ਨਹੀਂ। ਖੁਦ ਮਿਟ ਜਾਣਗੇ ਤਾਂ ਮਿਟੇਗੀ। ਪੰਥ ਵਿੱਚੋਂ ਇਹ ਮਲੇਛ ਅੰਸ਼ ਖਹਿ ਹੋ ਜਾਵੇਗੀ ਅਤੇ ਨਿਰੋਲ ਖਾਲਸਾਈ ਰੂਹਾਂ ਤਤ ਨਾਮ ਨਿਧਾਨੀ ਰੂਹਾਂ ਨਿਖਰ ਅਤੇ ਨਿਤਰ ਆਉਣਗੀਆਂ। ਅਜਿਹੀਆਂ ਰੂਹਾਂ ਦੇ ਪੁੰਜਾਂ ਦੇ ਪੁੰਜ ਪੈਦਾ ਹੋ ਜਾਣਗੇ, ਜੋ ਦਬਾ ਦਬ ਗੁਰੂ ਨੇਤ ਅਨੁਸਾਰ ਪੈਦਾ ਹੋ ਰਹੇ ਹਨ ਅਤੇ ਪੈਦਾ ਹੁੰਦੇ ਚਲੇ ਜਾ ਰਹੇ ਹਨ। ਫੇਰ ਖਾਲਸੇ ਦਾ ਹਲੇਮੀ ਰਾਜ ਸੰਸਾਰ ਅੰਦਰ ਵਰਤੇਗਾ। ਉੜਕ ਨਾਮ ਨਿਧਾਨੀਆਂ ਦੀ ਹੀ ਹਰ ਮੈਦਾਨ ਫਤਿਹ ਹੋਣੀ ਹੈ। ਨਾਮ ਨਿਧਾਨ ਕਮਾਈ ਵਾਲੇ ਪੰਜਾਂ ਦੇ ਹੱਥ ਜਦੋਂ ਪੰਥ ਦੀ ਡੋਰ ਆਵੇਗੀ, ਤਦੋਂ ਇਹ ਮਲੇਛੀ ਅੰਸ਼ ਖਾਲਸਾ ਕੌਮ ਵਿੱਚੋਂ ਆਪੇ ਖਹਿ ਹੋ ਜਾਵੇਗੀ। ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ। ਗੁਰਵਾਕ ਦੇ ਭਾਵ ਅਨੁਸਾਰ ਖਾਲਸਾ ਕੌਮ ਸੱਚੇ ਸੂਰਮਿਆਂ ਸੂਰਬੀਰਾਂ ਦੀ ਕੌਮ ਹੈ। ਸੱਚੀ ਸੂਰਮਤਾ ਸੂਰਬੀਰਤਾ ਆਤਮ ਰੰਗ ਵਾਲੇ ਨਾਮ ਨਿਧਾਨੀ ਗੁਰਮੁਖਾਂ ਅੰਦਰ ਹੀ ਆ ਸਕਦੀ ਹੈ। ਇਸ ਯੁਗ ਕਲਯੁਗ ਅੰਦਰ ਨਾਮ ਨਿਧਾਨ ਹੀ ਪ੍ਰਧਾਨ ਕਰਮ ਹੈ ਅਤੇ ਪ੍ਰਧਾਨ ਕਰਮੀ ਗੁਰਮੁਖ ਜਨ ਖਾਲਸਾ ਕੌਮ ਅੰਦਰ ਹੀ ਵਿਦਮਾਨ ਹਨ ਅਤੇ ਦੂਜੀ ਕੋਈ ਸੂਰਤ ਹੀ ਨਹੀਂ, ਜਿਸ ਕਰਕੇ ਕਿ ਸਾਰੇ ਸੰਸਾਰ ਦੇ ਮਜ਼ਲੂਮਾਂ ਉੱਤੇ ਜ਼ੁਲਮ ਹੋਣੇ ਹਟ ਜਾਣ। ਚੌਹਾਂ ਜੁਗਾਂ ਦਾ ਨਿਬੇੜਾ ਇਸ ਬਿਧ ਹੀ ਹੋਵੇਗਾ। ਜਦ ਨਾਮ ਰਸੀਏ ਸਿੰਘ ਖੁੰਬਾਂ ਵਾਂਗੂ ਖਾਲਸਾ ਕੌਮ ਅੰਦਰ ਉਗਵ ਖਲੋਣਗੇ ਅਤੇ ਉਗਵਣਗੇ ਨਾਮ ਨਿਧਾਨੀ ਸੂਰਮਤ ਪ੍ਰਧਾਨ ਸਪਿਰਟ ਦੇ ਤਾਣ। ਖਾਲਸਾਈ ਸਪਿਰਟ ਵਿਥਾਰੂ ਸਤਿਗੁਰੂ ਸੂਰਮਾ ਸਦਾ ਖਾਲਸਾ ਜੀ ਦੇ ਸੀਸ ਉੱਤੇ ਸੁਭਾਏਮਾਨ ਹੈ। ਸਪਿਰਟੋਂ ਕੁੱਥਿਆਂ ਨੂੰ ਦਿਸਦਾ ਨਹੀਂ। ਸਿਰ ਉੱਪਰ ਠਾਢਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ। ਗੌੜੀ ਸੁਖਮਨੀ ਮਹਲਾ ਪੰਜਵਾਂ। ਸਪਿਰਟ ਜੋਤੀਸ਼ਰਾਂ ਦੇ ਸਾਰੇ ਹੀ ਕਾਰਜ ਪੂਰੇ ਹੋ ਜਾਣੇ ਹਨ। ਸਭ ਤੋਂ ਵੱਡ ਮਨੋਰਥੀ ਕਾਰਜ ਖਾਲਸਾ ਜੀ ਦਾ ਇਹ ਹੈ ਕਿ ਸਾਰੇ ਸੰਸਾਰ ਅੰਦਰ ਸੱਚੜਾ ਧਰਮ ਨਿਆਏ ਵਾਲਾ ਹਲੇਮੀ ਰਾਜ ਵਰਤ ਜਾਵੇ, ਜਾਂ ਤੇ ਪ੍ਰਜਾ ਵੀ ਸੁਖੀ ਵਸੇ ਅਤੇ ਪ੍ਰਜਾਪਤੀ ਵੀ ਸੁਖੀਏ ਸੁਹੇਲੇ ਦੋਹੀਂ ਲੋਕੀ ਹੋਣ। ਮਜ਼ਲੂਮਾਂ ਅਨਾਥਾਂ ਉੱਤੇ ਜ਼ੁਲਮ ਹੋਣਾ ਹਟ ਜਾਵੇ। ਇਹ ਹਲੇਮੀ ਰਾਜ ਦਾ ਖਾਲਸਾਈ ਆਦਰਸ਼ ਹੈ। ਅਜੇ ਮਲੇਛੀ ਬੁਰਕਾਪੋਸ਼ ਸਿੱਖ ਅੱਜ ਦੀ ਧਰਮ ਨਿਆਏ ਤੋਂ ਹੀਣ ਹੀਜੜੀ ਸਰਕਾਰ ਦੀ ਗੁਲਾਮੀ ਚਾਕਰੀ ਵਿੱਚ ਆਏ ਹੋਏ ਹਨ। ਸੱਚੀ ਖਾਲਸਾਈ ਸਪਿਰਟ ਤੋਂ ਖਾਲੀ ਅਤੇ ਖਾਰਜ ਹੋ ਰਹੇ ਹਨ। ਇਹ ਪੰਥ ਅੰਦਰੋਂ ਵੀ ਛੇਤੀ ਖਾਰਜ ਹੋ ਜਾਣਗੇ। ਇਹਨਾਂ ਅੰਦਰ ਇਤਨਾ ਵੀ ਸਾਹਸ ਨਹੀਂ ਰਿਹਾ ਕਿ ਮਜ਼ਲੂਮਾਂ ਉੱਤੇ ਹੋਏ ਜ਼ੁਲਮ ਦਾ
ਆ ਦਾ ਨਾਰਾ ਹੀ ਮਾਰ ਛੱਡਣ। ਇਨ੍ਹਾਂ ਮਲੇਛੀ ਮੱਤ ਵਾਲੇ ਯਰਕਈ ਸਿੱਖਾਂ ਦੀ ਹਕੂਮਤ ਪੁਰਜ਼ਈ ਹੁਕਨਾਮਾਂ ਵੱਲੋਂ ਇਨ੍ਹਾਂ ਦੇ ਸਾਹਮਣੇ ਨਾਮ ਨਿਧਾਨੀ ਸ਼ਬਦ ਸੁਰਤ ਨਿਸ਼ਾਨੀ ਨਿਹੰਗ ਸਿੰਘਾਂ ਉੱਤੇ ਦਿਨ ਦਿਹਾੜੇ ਮਾਰ ਧਾੜੀ ਜ਼ੁਲਮ ਹੋਏ, ਜੋ ਹਿੰਦੁਸਤਾਨ ਅੰਦਰ ਹੋਈ ਕਿਸੇ ਹਕੂਮਤ ਦੇ ਜ਼ਮਾਨੇ ਵਿੱਚ ਨਹੀਂ ਹੋਏ। ਪਰ ਇਨ੍ਹਾਂ ਹਕੂਮਤਾਂ ਦੇ ਪੁਰਜ਼ੇ ਹਕੂਮਤ ਦੇ ਰੁਕਨ ਅਖਾਉਣ ਵਾਲੇ ਬੇਗੈਰਤ ਨਾਮ ਨਿਹਾਦ ਸਿੱਖਾਂ, ਗੈਰ ਹਕੂਮਤ ਦੀ ਚਾਕਰੀ ਵਾਲੇ ਗੁਲਾਮਾਂ ਦੇ ਬੇਦਰਦ ਹਿਰਦਿਆਂ ਅੰਦਰ ਭੋਰਾ ਦਰਦ ਨਾ ਆਇਆ। ਤਰਸ ਤੇ ਦਰਦ ਤਾਂ ਕੀ ਆਉਣਾ ਸੀ, ਸਗੋਂ ਉਹਨਾਂ ਨੇ ਨਿਸੰਗ ਹੋ ਕੇ ਵਿਚਾਰੇ ਸ਼ਹੀਦ ਹੋਏ ਪੰਥ ਦੇ ਸੇਵਕਾਂ ਨੂੰ ਅਣਿਆਈ ਕੋਸਣੀ ਕੋਸਿਆ। ਇਹਨਾਂ ਨੂੰ ਕਮਿਊਨਿਸਟ ਦੱਸਣ ਦੀ ਕੋਝੀ ਕਰਤੂਤ ਕੀਤੀ ਤੇ ਉਲਟੀ ਖੁਸ਼ੀ ਮਨਾਈ। ਪਰ ਇਹ ਸ਼ਹੀਦੀ ਇਹਨਾਂ ਨਾਪਾਕੀਆਂ ਦੇ ਰਾਜ ਉਲਟਾਉਣ ਲਈ ਹੋਈ ਹੈ। ਜਿਸ ਰਾਜ ਅੰਦਰ ਅਜਿਹੇ ਜ਼ੁਲਮ ਹੋਣ, ਉਹ ਰਾਜ ਚੰਦ ਦਿਨਾਂ ਦਾ ਪ੍ਰਾਹੁਣਾ ਹੀ ਹੋਇਆ ਕਰਦਾ ਹੈ। ਇਹ ਸ਼ਹੀਦ ਨਿਹੰਗਾਂ ਸਿੰਘਾਂ ਦੀਆਂ ਆਤਮਾਵਾਂ ਤਾਂ ਪਰਲੋਕੀ ਗੁਰਦਰਬਾਰ ਵਿੱਚ ਜਾ ਸੁਰਖਰੂ ਹੋਈਆਂ। ਸਾਨੂੰ ਮੁਸਰਤ ਇਸ ਗੱਲ ਦੀ ਹੈ ਕਿ ਜ਼ੁਲਮ ਦੇ ਰਾਜ ਨੂੰ ਇਹਨਾਂ ਦੀਆਂ ਸ਼ਹੀਦੀਆਂ ਜੜੋਂ ਉਖੇੜ ਗਈਆਂ। ਅਜਿਹੀਆਂ ਸਤੋ ਗੁਣੀਆਂ ਰੂਹਾਂ ਨਿਸ਼ਕਾਮ ਪੰਥ ਸੇਵਕਾਂ ਦੀਆਂ ਵੱਧ ਤੋਂ ਵੱਧ ਪੰਥ ਅੰਦਰ ਪ੍ਰਗਟ ਹੋਣਗੀਆਂ ਅਤੇ ਪੰਥ ਦਾ ਵਾਲੀ ਖੁਦ ਆਪਣੇ ਪੰਥ ਨੂੰ ਅਜਿਹੀਆਂ ਆਤਮਾਵਾਂ ਸੇਤੀ ਸਰਸ਼ਾਰ ਕਰੇਗਾ। ਸਾਡੇ ਸਿਰ ਤੇ ਖੜ ਕੇ ਸੱਚੀ ਸੂਰਮਤਾ ਦੀ ਸਪਿਰਿਟ ਸੜੀਆਂ ਬੁੱਝੀਆਂ ਰੂਹਾਂ ਅੰਦਰ ਵੀ ਭਰੇਗਾ। ਅਜਿਹੀ ਆਤਮ ਤੱਤੀ ਆਤਮਾਵਾਂ ਦਾ ਤਾਂਤੇ ਦਾ ਤਾਂਤਾ ਸ਼ੀਘਰ ਹੀ ਉੱਠ ਖਲੋਏਗਾ ਅਤੇ ਹੱਕੋ ਹੱਕ ਨਿਆਂ ਨਿਬੇੜਾ ਕਰੇਗਾ। ਚੌਹਾਂ ਯੁਗਾਂ ਦਾ ਨਿਬੇੜਾ ਹੋਣ ਦੇ ਇਹ ਤੱਥ ਫੜਤੀ ਆਸਾਰ ਹਨ। ਚੌਹਾਂ ਯੁਗਾਂ ਦਾ ਨਿਬੇੜਾ ਕਰਨਹਾਰ ਇੱਕੋ ਇੱਕ ਨਿਧਾਨ ਜੋ ਵਿਰਲੀਆਂ ਰੂਹਾਂ ਦੇ ਵਿਰਸੇ ਵਿੱਚ ਆਇਆ ਹੋਇਆ ਹੈ। ਗੁਰੂ ਕਲਗੀਆਂ ਵਾਲੇ ਦੀ ਕਿਰਪਾ ਨਾਲ ਵਾਛੜ ਵਾਲਾ ਮੀਂਹ ਸਾਰੀ ਖਾਲਸਾ ਕੌਮ ਅੰਦਰ ਵਰਸੇਗਾ। ਇਸ ਵਿੱਚ ਹੀ ਕਲਯੁਗੀ ਜੀਵਾਂ ਦਾ ਉਧਾਰ ਹੈ। ਤਿਹਾਂ ਪਿਛਲੇ ਯੁਗਾਂ ਦੇ ਕਰਮ ਕਾਂਡੀਆਂ ਨੂੰ ਵੀ ਇਸ ਯੁੱਗ ਅੰਦਰ ਗੁਰੂ ਖਾਲਸਾ ਜੀ ਦੀ ਛਤਰ ਛਾਇਆ ਹੇਠ ਉਦਰਨ ਦੀ ਮੋਹਲਤ ਮਿਲੇਗੀ। ਇਹ ਮੋਹਲਤ ਜਿਨ੍ਹਾਂ ਨੂੰ ਨਹੀਂ ਨਸੀਬ ਹੋਵੇਗੀ, ਉਹ ਆਪਣੀ ਮਰਨੀ ਫੇਰ ਮਰਨਗੇ ਅਤੇ 84 ਦੇ ਗੇੜ ਵਿੱਚ ਪੈ ਕੇ ਫੇਰ ਜੁਗਾ ਜੁਗੰਤਰੀ ਘੁੰਮਣ ਘੇਰੀ ਦੀ ਲਪੇਟ ਵਿੱਚ ਆਵਣਗੇ। ਪਰੰਤੂ ਸਤਿਗੁਰੂ ਦੀ ਨਦਰ ਮਿਹਰ ਨਾਲ ਹੁਣ ਦੇ ਨਿਆਂ ਨਿਬੇੜੇ ਕਲਯੁਗ ਜ਼ਮਾਨੇ ਅੰਦਰ ਸਰਬੱਤਰ ਨਰ ਮਨੁੱਖਾਂ ਨੂੰ ਇਹ ਨਿਦਾਨ ਖੁੱਲਮ ਖੁੱਲਾ ਪ੍ਰਾਪਤ ਹੈ। ਚੌਂ ਜੁਗਾਂ ਕਾ ਹੁਣ ਨਿਬੇੜਾ ਨਰ ਮਨੁੱਖਾਂ ਨੂੰ ਏਕ ਨਿਧਾਨਾਂ ਦਾ ਧੁਰ ਅੰਦਰੀ ਉਚਰਿਆ ਹੋਇਆ ਭਵਿਖਤੀ ਗੁਰਵਾਕ ਪ੍ਰਾਣੀ ਮਾਤਰ ਦੇ ਉਧਾਰ ਲਈ ਹੈ। ਹਰੇਕ ਪਿਛਲੇ ਯੁਗਾਂ ਵਿੱਚ ਠੇਡੇ ਖਾਂਦੇ ਇਸਤਰੀ ਮਰਦ ਲਈ ਹੈ। ਜਤ ਸੰਜਮ ਤੀਰਥ ਉਹਨਾਂ ਯੁਗਾਂ ਕਾ ਧਰਮ ਹੈ। ਪਿਛਲੇ ਯੁਗਾਂ ਸਤਯੁਗ ਤ੍ਰੇਤਾ ਦੁਆਪਰੀ ਯੁਗਾਂ ਦਾ ਧਰਮ ਕਰਮ ਸਤ ਸੰਜਮ ਤੀਰਥ ਆਦਿ ਹੀ ਹੈ। ਜਿਸ ਧਰਮ ਕਰਮ ਦੁਆਰਾ ਜਿਹੜਾ ਯੁਗਾਂ ਵਾਲੇ ਜੀਵਾਂ ਦਾ ਨਿਸਤਾਰਾ ਨਹੀਂ ਹੋਇਆ, ਨਾ ਹੋਣਾ ਹੈ, ਜਦ ਹੋਣਾ ਹੈ ਤਾਂ ਨਾਮ ਨਿਧਾਨੀ ਪ੍ਰਧਾਨ ਕਰਮ ਦੇ ਕੀਤਿਆਂ ਹੀ ਹੋਣਾ ਹੈ। ਚਾਹੇ ਕਿਤਨੀਆਂ ਪੁਆਟਣੀਆਂ ਖਾ ਖਾ ਕੇ ਜੁਗਾ ਜੁਗੰਤਰੀ ਜੀਵ ਆਨਮਤ ਕਰਮ ਕਰ ਕਰ ਥੱਕ ਲੈਣ। ਕਲ ਮੈਂ ਕੀਰਤ ਹਰਨਾਮਾ, ਸੋ ਤਤ ਨਿਧਾਨੀ ਕਰਮ ਧਰਮ ਪ੍ਰਧਾਨ ਕਰਮ ਨੇ ਹੀ ਸਾਰੇ ਜੁਗਾਂ ਦੇ ਜਨਮ ਭਵੰਤਰੀ ਜੀਵਾਂ ਦਾ ਉਧਾਰ ਨਿਸਤਾਰਾ ਕਰਨਾ ਹੈ। ਇਹ ਨਿਧਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾਕੀ ਗਤ ਹੋਏ। ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਿਤ ਸ਼ਾਸਤਰ ਵੇਦ ਬਖਾਣੀ। ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਬਿਸਰਾਮ। ਗੌੜੀ ਸੁਖਮਨੀ ਮਹਲਾ ਪੰਜਵਾਂ। ਇਹ ਨਾਮ ਰੂਪੀ ਨਿਧਾਨ ਖਜ਼ਾਨਾ ਪਾ ਕੇ ਜਿਸ ਕਿਸੇ ਨੇ ਵੀ ਇਸ ਦੀ ਵਰਤੋਂ ਕਿਰਤ ਕਮਾਈ ਜਾਪ ਅਭਿਆਸਮਈ ਕਿਰਤ ਕਮਾਈ ਕੀਤੀ ਹੈ, ਸਭ ਜੁਗਾਂ ਮਾਹੀ ਚੌਹਾਂ ਜੁਗਾਂ ਦੇ ਪ੍ਰਾਣੀਆਂ ਵਿੱਚੋਂ ਕੇਵਲ ਉਸੇ ਨਾਮ ਨਿਧਾਨ ਜਪਣ ਹਾਰੇ ਦੀ ਗਤ ਕਲਿਆਣ ਹੋਈ ਹੈ, ਹੁੰਦੀ ਹੈ ਅਤੇ ਹੋਵੇਗੀ। ਹੋਰ ਕਿਸੇ ਜੁਗ ਜੁਗੰਤਰੀ ਪ੍ਰਸਿੱਧ ਕਰਮ ਧਰਮ ਦੁਆਰਾ ਕਿਸੇ ਵੀ ਪ੍ਰਾਣੀ ਦੀ ਗਤ ਕਲਿਆਣ ਨਹੀਂ ਹੁੰਦੀ, ਨਾ ਹੋ ਸਕਦੀ ਹੈ। ਨਾਮ ਨਿਧਾਨੀ ਪ੍ਰਧਾਨ ਕਰਮੀ ਗੁਰਮੁਖ ਜਨਾਂ ਦਾ ਗੁਣ ਗੋਬਿੰਦ ਗਾਉਣਾ ਅਤੇ ਨਾਮ ਧੁਨੀ ਨੂੰ ਧੁਨਾਉਣਾ, ਗੁਰਬਾਣੀ ਨੂੰ ਉਚਾਰਨਾ, ਇਹੀ ਸ਼ਾਸਤਰ ਸਿਮਰਿਤ ਵੇਦ ਉਚਾਰਨਾ ਹੈ। ਨਾਮ ਨਿਧਾਨੀ ਗੁਰਸਿੱਖਾਂ ਗੁਰਮੁਖਾਂ ਗੁਰਮੁਖ ਪ੍ਰਧਾਨੀਆਂ ਦੇ ਨਿਕਟ ਨਾਮ ਨਿਧਾਨ ਨੂੰ ਜਪਣਾ
ਅਤੇ ਨਾਮ ਧੁਨੀਆਂ ਵਿੱਚ ਮਸਤੁਲ ਮਸਤ ਹੋ ਕੇ ਗੁਣ ਗੋਬਿੰਦ ਗਾਵਣਾ ਹੀ ਸਿਮਰਿਤ ਸ਼ਾਸਤਰ ਵੇਦ ਉਚਾਰਨਾ ਹੈ। ਹੋਰ ਕੋਈ ਆਨਮਤ ਸ਼ਾਸਤਰ ਵੇਦ ਸਿਮਰਤੀ ਗੁਰਸਿੱਖਾਂ ਦਾ ਅਭਿਆਸ ਵਿਸ਼ਾ ਨਹੀਂ। ਉਸਨੇ ਸਾਰੇ ਸ਼ਾਸਤਰ ਸਿਮਰਿਤ ਵੇਦ ਵਖਾਣ ਲਏ। ਜਿਸ ਨੇ ਨਾਮ ਨਿਧਾਨ ਨੂੰ ਜਪ ਲਿਆ, ਐਸੀ ਉੱਚ ਪਾਰਸ ਕਲਾ ਹੈ ਨਾਮ ਨਿਧਾਨ ਜਪੀਸ਼ਰਾਂ ਦੀ। ਇਸੇ ਕਲਾ ਦੁਆਰਾ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਗੁਰੂ ਪਾਤਸ਼ਾਹ ਨੇ ਆਪਣੀ ਚੋਜਲਾਣੀ ਚੋਜ ਵਿਡਾਣੀ ਛਿਟੀ ਦੀ ਪਾਰਸ ਛੋ ਨਾਲ ਨਾਮ ਨਿਧਾਨ ਦੀ ਰੌ ਮੂੜ ਅਗਿਆਨੀ ਗੁੰਗਲੇ ਪਿੰਗਲੇ ਝੀਵਰ ਦੇ ਰੋਮ ਰੋਮ ਅੰਦਰ ਚਲਾ ਦਿੱਤੀ। ਪਾਰਸ ਛੋਹੀ ਨਾਮ ਨਿਧਾਨ ਦੇ ਪ੍ਰਤਾਪ ਨਾਲ ਉਸ ਦੇ ਐਸੇ ਕਪਾਟ ਖੁੱਲੇ ਕਿ ਸਪਤ ਸਲੋਕੀ ਸੰਸਕ੍ਰਿਤੀ ਗੀਤਾ ਦਾ ਸਣੇ ਅਸਲ ਅਰਥਾਂ ਦੇ ਉਸਨੇ ਵਖਿਆਨ ਦਿੱਤਾ। ਸਿਮਰਿਤ ਸ਼ਾਸਤਰ ਵੇਦ ਵਖਾਣੀ ਦੇ ਇਹ ਤਤ ਵਾਸਤਵੀ ਅਰਥ ਹਨ ਉੱਪਰਲੀ ਸੁਖਮਨੀ ਸਾਹਿਬ ਦੀ ਤੁਕ ਦੇ। ਕੇਵਲ ਗੁਰਮਤਿ ਨਾਮ ਵਿੱਚ, ਗੁਰਮਤਿ ਨਾਮ ਦੀ ਪ੍ਰਭਾ ਵਿੱਚ ਸਗਲ ਮਤ ਮਤਾਂਤਰ ਅਤੇ ਮਤ ਮਤਾਂਤਰੀ ਵੇਦ ਮੰਤਰ ਆਦਿਕ ਆ ਗਏ। ਉਨ੍ਹਾਂ ਆਨਮਤ ਮਤਾਂਤਰੀ ਮੰਤਰਾਂ ਦੀ ਨਾਮ ਨਿਧਾਨੀ ਗੁਰਮੁਖ ਜਨਾਂ ਨੂੰ ਲੋੜ ਨਹੀਂ ਰਹੀ। ਨਾਮ ਨਿਧਾਨੀ ਗੋਬਿੰਦ ਭਗਤ ਦੇ ਮਨ ਅੰਦਰ ਉਕਤ ਮਤਾਂਤ ਮਤ ਮਤਾਂਤਰੀ ਇਉਂ ਨਿਵਾਸ ਬਿਸਰਾਮ ਕਰਦੇ ਹਨ ਜਿਵੇਂ ਗੁੰਗੇ ਬਹਿਰੇ ਨਾਮ ਨਿਧਾਨੀ ਪਿੰਗਲੇ ਦੇ ਅੰਦਰ ਪ੍ਰਵੇਸ਼ ਕਰ ਗਏ ਸਨ। ਤਾਂ ਤੇ ਕਲਯੁਗ ਅੰਦਰ ਜੋ ਕੀਰਤ ਹਰਨਾਮਾ ਸਿਫਤ ਸਲਾਹ ਨਾਮ ਅਭਿਆਸ ਦੀ ਕਰਨੀ ਕਮਲ ਜਮਾਲ ਹੈ, ਜਿਸ ਕਮਲ ਜਮਾਲੀ ਕਰਮ ਦੇ ਤੁਲ ਹੋਰ ਕੋਈ ਜੁਗ ਜੁਗਾਂਤਰੀ ਕਰਮ ਨਹੀਂ ਤੁਲਦਾ ਟੁਕਦਾ। ਤ੍ਰਿਕਾਲਦਰਸ਼ੀ ਸਤਿਗੁਰ ਅੰਤਰਯਾਮੀ ਨੇ ਸਾਰੇ ਜੁਗ ਜੁਗੰਤਰੀ ਧਰਮ ਕਰਮ ਵਾਲੇ ਵੇਦਾਂ ਤੇ ਪੁਰਾਣਾਂ ਨੂੰ ਸੋਧ ਕੇ ਵੇਖ ਲਿਆ ਅਤੇ ਸੋਧ ਕੇ ਇਹ ਸਿੱਟਾ ਕੱਢਿਆ ਕਿ ਉਨ੍ਹਾਂ ਆਨਮਤਾਂ ਦਾ ਜੁਗ ਜੁਗ ਆਪੋ ਆਪਣਾ ਧਰਮ ਹੀ ਚੌਹਾਂ ਜੁਗਾਂ ਦੇ ਆਨਮਤ ਕਰਮ ਕਾਂਡੀਆਂ ਨੇ ਧਾਰਨ ਕੀਤਾ ਹੋਇਆ ਹੈ। ਸਤਜੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ, तीनों जुग तीनों दिड़े कल केवल नाम आधार। गौड़ी बैरागण रविदास जीओ। अर्थात सतयुग अंदर सतवादी होना सच बोलना कर्म ही प्रधान सी। त्रेते युग अंदर यज्ञ करने ते द्वापर युग अंदर पूजा आचार कर्म करने मुख धर्म सन। तिहां युगां अंदर ये उपर दसे तिन्ने प्रकार दे कर्म धर्म ही प्रवृत्त सन। परंतु कलयुग अंदर तां केवल नाम निर्बाणी प्रधान कर्म ही सब दा आधार रूप है। इसे दे आधार आसरे ही सब दा उधार होना है। सारे जुगां दा उधार निस्तारा होना है। तां ते होरस तिहां जुगां अंदर आनमत कर्म धर्म कीते सब एवें निष्फल ही गए। गुरमुख जिनी ध्याया हर हर जग ते पूरे परवाना। जिन्हां गुरमुखां ने गुरमत नाम नूं ध्याया सोई अभ्यास कर्म कमाइयां वाले गुरमुख जन पूरे परवान पए हन। तिन्हां दी अभ्यास कर्म कमाई ही लोक परलोक परवान पई है। सोई गुरमुख नाम धर्मी प्रधान कर्मी हन। इस बिद सच्चियां नाम अभ्यास कमाइयां कर कर जेड़े गुरमुख जन सच्चे वाहिगुरु प्रीतम नाल प्रेम प्रीत प्यार वाला निह लाउंदे हन, तिन्हां दे मन अंदर मान अभिमान दी राई भी नहीं रहिंदी। होरत आनमत कर्म करन हारे कर्म अभिमानी हो जाते हैं। इस कर्म अभिमान तो बिना तिन्हां दे पल्ले होर कुछ नहीं पैंदा। गुरबाणी नूं गुरमत नाम नूं कहण सुणन हारे सारे सच्चे सदीवी सुख नूं प्राप्त हुंदे हन ਅਤੇ ਅਜਿਹੀਆਂ ਨਾਮ ਆਨੰਦੀ ਕਰਮ ਕਮਾਈਆਂ ਕਰਨ ਹਾਰੇ ਨਾਮ ਨਿਧ ਆਸਨੀ ਜਨ ਵਾਹਿਗੁਰੂ ਦੇ ਸੱਚੇ ਦਰਸ਼ਨ ਮਿਲਾਪ ਰੂਪ ਤਤ ਜੋਤਿਤ ਜੋਤ ਆਨੰਦੀ ਖਜ਼ਾਨੇ ਦੇ ਮਾਲਕ ਬਣ ਜਾਂਦੇ ਹਨ। ਬਿਲਾਵਲ ਮਹੱਲਾ ਪੰਜਵਾਂ। ਗੁਰਪੂਰਾ ਵਡਭਾਗੀ ਪਾਈਐ ਮਿਲ ਸਾਧੂ ਹਰ ਨਾਮ ਧਿਆਈਐ ਪਾਰ ਬ੍ਰਹਮ ਪ੍ਰਭ ਤੇਰੀ ਸ਼ਰਨਾ ਕਿਲ ਬਿਖ ਕਾਟੈ ਭਜ ਗੁਰ ਕੇ ਚਰਨਾ। ਰਹਾਓ अवर करम सब लोकाचार मिल साधु संग होए उधार सिमरित सासत बेद बिचारे जपिया नाम जित पार उतारे जन नानक को प्रभ कृपा करिए साधु धूर मिलै निस्तरिए। व्याख्या। सतगुरु दे मेल नाल सब तो उत्तम कर्म भाव नाम जपण दी जाच आउंदी है, पर ऐसा सतगुरु सच्चा गुरु ਵੱਡੇ ਭਾਗਾਂ ਨਾਲ ਹੀ ਪਾਈਦਾ ਹੈ।
ਐਸੇ ਪੂਰਨ ਸਾਧ ਸਤਿਗੁਰੂ ਨੂੰ ਪ੍ਰਾਪਤ ਕਰਕੇ ਹੀ ਨਿਗੁਰਿਓਂ ਸਗੁਰੇ ਹੋ ਕੇ ਨਾਮ ਧਿਆਵਨ ਰੂਪੀ ਸੱਚੀ ਕਰਮ ਕਮਾਈ ਹੁੰਦੀ ਹੈ। ਸਤਿਗੁਰੂ ਦੁਆਰਾ ਗੁਰੂ ਦੁਆਰਿਓਂ ਦੀਖਿਆ ਗੁਰਮੰਤਰ ਲੈ ਕੇ ਹੀ ਗੁਰ ਸ਼ਬਦ ਗੁਰਮਤਿ ਨਾਮ ਦੀ ਕਮਾਈ ਹੁੰਦੀ ਹੈ। ਅੰਤ ਕਮਾਈ ਕਰਦਿਆਂ ਕਰਦਿਆਂ ਪਾਰ ਬ੍ਰਹਮ ਦੀ ਸ਼ਰਨਾਗਤ ਪ੍ਰਾਪਤ ਹੁੰਦੀ ਹੈ। ਗੁਰੂ ਵਾਹਿਗੁਰੂ ਦੇ ਜੋਤ ਮੰਬਈ ਚਰਨ ਹਿਰਦੇ ਅੰਦਰ ਹੀ ਆਏ ਪ੍ਰਕਾਸ਼ਿਤ ਹੁੰਦੇ ਹਨ। ਜੋਤ ਜਗਨੰਤਰੀ ਨਾਮ ਦਾ ਭਜਨ ਜਾਪ ਕਰਦਿਆਂ ਸਾਰੇ ਹੀ ਬੱਜਰ ਪਾਪਾਂ ਦੋਖਾਂ ਕਿਲਵਿਖਾਂ ਦਾ ਨਾਸ ਹੋ ਜਾਂਦਾ ਹੈ। ਹੋਰ ਕਰਮ ਸਭ ਲੋਕਾਚਾਰੀ ਕਰਮ ਹੀ ਹਨ। ਇਹਨਾਂ ਕਰਮਾਂ ਦੇ ਕੀਤਿਆਂ ਕੁਛ ਨਹੀਂ ਸਰਦਾ, ਨਾ ਹੀ ਪਰਮਾਰਥ ਸੌਰਦਾ ਹੈ, ਨਾ ਹੀ ਲੌਕਿਕ ਵਿਵਹਾਰ ਸੰਵਰਦਾ ਹੈ। ਆਮ ਲੋਕ ਆਨਮਤੀ ਸਿਮਰਤੀਆਂ ਸ਼ਾਸਤਰ ਅਤੇ ਵੇਦਾਂ ਦੇ ਵਿਚਾਰ ਵਿੱਚ ਰੁੜੇ ਰਹਿੰਦੇ ਹਨ। ਇਹਨਾਂ ਵੇਦਾਂ ਸ਼ਾਸਤਰਾਂ ਸਿਮਰਤੀਆਂ ਦੇ ਦੱਸੇ ਦ੍ਰਿੜਾਏ ਕਰਮ ਵੀ ਤ੍ਰੈਗੁਣੀ ਮਾਇਕ ਕਰਮ ਹੀ ਹਨ। ਸਿਮਰਿਤ ਸ਼ਾਸਤਰਚਾਰੀ ਵੇਦਾਚਾਰੀ ਕਰਮਾਂ ਦੇ ਕਰਨ ਨਾਲ ਵੀ ਪਰਮਾਰਥ ਦੀ ਸੋਝੀ ਨਹੀਂ ਆਉਂਦੀ। ਕੇਵਲ ਗੁਰਮਤ ਨਾਮ ਜਪਣ ਨਾਮ ਅਭਿਆਸ ਰੂਪੀ ਕਰਮ ਹੀ ਹੈ ਜਿਸ ਦੇ ਕੀਤਿਆਂ ਪਾਰ ਉਤਾਰਾ ਹੁੰਦਾ ਹੈ। ਸਤਿਗੁਰੂ ਨਾਨਕ ਦੀ ਜਿਨ੍ਹਾਂ ਉੱਪਰ ਕਿਰਪਾ ਹੁੰਦੀ ਹੈ ਤਿਨਾਂ ਨੂੰ ਗੁਰੂ ਘਰ ਦੇ ਸੰਤ ਗੁਰਮੁਖ ਜਨਾਂ ਦੀ ਧੂੜ ਮਿਲਦੀ ਹੈ। ਉਹ ਸੰਗਤਾਂ ਦੀ ਚਰਨ ਧੂੜ ਬਾਂਚ ਕੇ ਗੁਰਮੰਤਰ ਗੁਰਦੀਖਿਆ ਦੇ ਪਾਤਰ ਪੂਰਨ ਅਧਿਕਾਰੀ ਬਣਦੇ ਹਨ। ਇਉਂ ਗੁਰਮੰਤਰ ਨਾਮ ਦਾ ਜਾਪ ਰੂਪੀ ਕਰਮ ਕਰਦਿਆਂ ਉਹਨਾਂ ਦਾ ਨਿਸਤਾਰਾ ਹੁੰਦਾ ਹੈ। ਕਰਮ ਧਰਮ ਇਹੋ ਤਤ ਗਿਆਨ ਸਾਧ ਸੰਗ ਜਪੀਐ ਹਰ ਨਾਮ। ਗੌਂਡ ਮਹੱਲਾ ਪੰਜਵਾਂ। ਵਿਆਖਿਆ। ਸਤਿਗੁਰੂ ਦੀ ਗੁਰੂ ਘਰ ਦੀ ਸਾਧ ਸੰਗਤ ਰਾਹੀਂ ਦ੍ਰਿੜਾਏ ਗਏ ਗੁਰਮਤ ਨਾਮ ਗੁਰਮੰਤਰ ਦੀ ਅਭਿਆਸ ਕਮਾਈ ਰੂਪੀ ਕਰਮ ਹੀ ਤਤ ਗਿਆਨ ਹੈ। ਸਭ ਕਰਮ ਧਰਮ ਇਸੇ ਤਤ ਗਿਆਨ ਦੇ ਕਮਾਉਣ ਵਿੱਚ ਆ ਗਏ। ਗੁਰਮਤ ਅਨੁਸਾਰ ਨਾਮ ਹੀ ਤਤ ਗਿਆਨ ਹੈ। ਗੁਰ ਗਿਆਨ ਪਦਾਰਥ ਨਾਮ ਹੈ। ਇਸੇ ਤਤ ਗੁਰਮਤ ਗਿਆਨ ਅਰਥਾਤ ਗੁਰਮੰਤਰ ਨੂੰ ਕਮਾਇਆ ਸਾਰੇ ਕਰਮ ਧਰਮ ਕੀਤੇ ਵਿੱਚੇ ਆ ਗਏ। ਇਦੋਂ ਉੱਪਰ ਹੋਰ ਕਰਮ ਨਹੀਂ। ਇਹ ਤਤ ਗਿਆਨ ਰੂਪੀ ਗੁਰਮੁਖ ਨਾਮ ਸਭ ਤੋਂ ਉੱਪਰ ਪ੍ਰਧਾਨ ਕਰਮ ਹੈ ਜੋ ਕਲਯੁਗ ਅੰਦਰ ਕਲਿਆਣਕਾਰੀ ਹੈ। ਰਾਮਕਲੀ ਮਹੱਲਾ ਪੰਜਵਾਂ। ਕਿਛੂ ਕਾਜ ਨਾ ਕੀਓ ਜਾਨ, ਸੁਰਤ ਮਤ ਨਾਹੀਂ ਕਿਛ ਗਿਆਨ। ਜਾਪ ਤਾਪ ਸੀਲ ਨਹੀਂ ਧਰਮ, ਕਿਛੂ ਨ ਜਾਨੋ ਕੈਸਾ ਕਰਮ। ਠਾਕੁਰ ਪ੍ਰੀਤਮ ਪ੍ਰਭ ਮੇਰੇ, ਤੁਝ ਬਿਨ ਦੂਜਾ ਅਵਰ ਨ ਕੋਈ। ਭੂਲੈ ਚੂਕੈ ਪ੍ਰਭ ਤੇਰੇ। ਰਹਾਉ। ਰਿੱਧ ਨ ਬੁੱਧ ਨ ਸਿੱਧ ਪ੍ਰਗਾਸ, ਬਿਖੈ ਬਿਆਦ ਕੇ ਗਾਂਵ ਮੈਂ ਬਾਸ। ਕਰਨ ਹਾਰ ਮੇਰੇ ਪ੍ਰਭ ਏਕ, ਨਾਮ ਤੇਰੇ ਕੀ ਮਨ ਮੈਂ ਟੇਕ। ਸੁਣ ਸੁਣ ਜੀਵੋਂ ਮਨ ਇਹੋ ਬਿਸਰਾਮ, ਪਾਪ ਖੰਡਨ ਪ੍ਰਭ ਤੇਰੋ ਨਾਮ। ਤੂੰ ਅਗਣਤ ਜੀ ਕਾ ਦਾਤਾ, ਜਿਸੈ ਜਣਾਵੈਂ ਤਿਨ ਤੂੰ ਜਾਤਾ। ਜੋ ਉਪਾਇਓ ਤਿਸ ਤੇਰੀ ਆਸ, ਸਗਲ ਅਰਾਧੈਂ ਪ੍ਰਭ ਗੁਣਤਾਸ। ਨਾਨਕ ਦਾਸ ਤੇਰਾ ਕੁਰਬਾਨ, ਬੇਅੰਤ ਸਾਹਿਬ ਮੇਰਾ ਮਿਹਰਵਾਨ। ਵਿਆਖਿਆ। ਗੁਰਮਤਿ ਗਿਆਨੀਆਂ ਗੁਰਮੁਖ ਨਾਮ ਕਰਮ ਪ੍ਰਧਾਨੀਆਂ ਨੂੰ ਗੁਰਮਤਿ ਨਾਮ ਬਿਨਾ ਹੋਰ ਕਿਸੇ ਕਰਮ ਕਰਨ ਦਾ ਪਤਾ ਹੀ ਨਹੀਂ। ਆਨਮਤ ਕਰਮਨੀ ਹੋਰ ਕਾਜ ਕਾਰਜ ਕਿਛੂ ਵੀ ਉਹ ਨਹੀਂ ਕਰਦੇ, ਜਾਣ ਕੇ ਨਹੀਂ ਕਰਦੇ। ਉਹਨਾਂ ਕੰਮਾਂ ਕਰਮਾਂ ਵਿੱਚ ਧਰਿਆ ਕੀ ਪਿਆ ਹੈ। ਨਾਮ ਅਭਿਆਸ ਰੂਪੀ ਕਰਮ ਕਰਨ ਹਾਰਿਆਂ ਨੂੰ ਹੋਰ ਕਰਮ ਕਰਨ ਦੀ ਰੁਚੀ ਹੀ ਨਹੀਂ ਉਪਜਦੀ। ਉਹਨਾਂ ਨੂੰ ਨਿਮਖ ਮਾਤਰ ਵੇਲ ਹੀ ਨਹੀਂ ਕਿ ਉਹ ਆਨ ਕਰਮਾਂ ਦੀ ਖਲਜਗਣ ਵਿੱਚ ਪੈਣ। ਹੋਰ ਕਰਮਾਂ ਦੇ ਕਰਨ ਵਿੱਚ ਉਹ ਆਪਣਾ ਕੀਮਤੀ ਸਮਾਂ ਫਜ਼ੂਲ ਗਵਾਉਣਾ ਹੀ ਸਮਝਦੇ ਹਨ। ਇਹਨਾਂ ਆਨਮਤ ਕਰਮਾਂ ਦੇ ਕਰਨ ਪ੍ਰਤੀ ਗੁਰਮੁਖ ਨਾਮ ਕਰਮ ਪ੍ਰਧਾਨੀਆਂ ਦੀ ਸੁਰਤੀ, ਗੁਰਮਤ ਬਿਰਤੀ, ਗੁਰਮਤ ਗਿਆਨ ਦ੍ਰਿਸ਼ਟੀ ਅੰਦਰ ਹੋਰ ਕਿਸੇ ਕਰਮ ਕਰਨ ਦਾ ਫੁਰਨਾ ਹੀ ਨਹੀਂ ਫੁਰਦਾ ਬਿਨਾਂ ਪ੍ਰਧਾਨ ਗੁਰਮੁਖ ਨਾਮ ਕਰਮ ਦੇ। ਆਨਮਤ ਜਾਪ ਤਾਪ ਸੀਲ ਧਰਮ ਵਾਲੇ ਕਰਮਾਂ ਨੂੰ ਉਹ ਕਿਛ ਕਰਕੇ ਨਹੀਂ ਸਮਝਦੇ, ਸਗੋਂ ਨਿਮਰਤਾ ਨਾਲ ਇਹੀ ਆਖਦੇ ਹਨ ਕਿ ਸਾਡੇ ਵਿੱਚ ਇਹ ਸਹਿਜ ਸਿਆਣਪੀ ਸੁਰਤਾਂ ਮਤਾਂ ਗਿਆਨ ਗਮਤਾ ਹੈ ਹੀ ਨਹੀਂ, ਨਾ ਹੀ ਸੰਸਾਰ ਆਚਾਰੀ ਸਿਆਣਿਆਂ ਵਾਲੀ ਸ਼ਰਾਫਤ ਦਿਖਾਵੇ ਦਾ ਕੁਝ ਮਨ ਚਾਉ ਹੀ ਹੈ। ਸਾਡੇ ਵਿੱਚ ਤਾਂ ਅਜਿਹੇ ਗੁਣ ਕਰਮ ਹੈ ਹੀ ਨਹੀਂ। ਅਸੀਂ ਤਾਂ ਮੂੜ ਮਤੀ ਇਆਣੇ ਹਾਂ। ਇਹ ਨਾਮ ਜਪਣਾ ਹੀ ਜਾਣਦੇ ਹਾਂ ਜੋ ਸਤਿਗੁਰੂ ਨੇ ਸਾਨੂੰ ਜਣਾਇਆ ਹੈ। ਸਾਨੂੰ ਕੀ ਪਤਾ ਕੈਸਾ ਕਰਮ ਹੁੰਦਾ ਹੈ, ਕੈਸਾ ਸੀਲ ਧਰਮ ਹੁੰਦਾ ਹੈ। ਸਾਨੂੰ ਤਾਂ ਇੱਕੋ ਨਾਮ ਜਪਣ ਦਾ ਹੀ
ਚਾਓ ਉਮਾਓ ਹੈ, ਹੋਰ ਕੁਝ ਸਿਮਰਦੇ ਹੀ ਨਹੀਂ। ਸੱਚਮੁੱਚ ਗੁਰਮੁਖ ਨਾਮ ਪ੍ਰਧਾਨ ਕਰਮੀਆਂ ਨੂੰ ਨਾਮ ਤੋਂ ਬਿਨਾਂ ਹੋਰ ਕੋਈ ਕਰਮ ਧਰਮ ਭਾਉਂਦਾ ਹੀ ਨਹੀਂ। ਇਸੇ ਕਰਕੇ ਉਹ ਨਿਮਖ ਨਿਮਖ ਨਾਮ ਜਪਦੇ ਹੋਏ ਨਾਲੋਂ ਨਾਲ ਨਿਮਰੀ ਭੂਤ ਹੋ ਕੇ ਇਹ ਵੀ ਬੇਨਤੀਆਂ ਅਲਾਉਂਦੇ ਹਨ, ਹੇ ਠਾਕੁਰ ਪ੍ਰੀਤਮ ਪ੍ਰਭ ਮੇਰੇ, ਤੁਧ ਬਿਨ ਤੇਰੇ ਨਾਮ ਬਿਨਾ ਸਾਨੂੰ ਦੂਜਾ ਹੋਰ ਧਿਆਨ ਕੰਮਾਂ ਕਾਜਾਂ ਕਰਨ ਦਾ ਗਿਆਨ ਸਫੁਰਨ ਹੀ ਨਹੀਂ ਹੁੰਦਾ। ਇੱਕੋ ਤੂੰ ਹੀ ਤੇਰਾ ਨਾਮ ਹੀ ਅਸਾਡੇ ਹੀਰੈ ਬਸੇ। ਹੋਰ ਕਰਮਾਂ ਦੇ ਕਰਨ ਵੱਲੋਂ ਜੇ ਅਸੀਂ ਖੁੰਝੇ ਹੋਏ ਹਾਂ, ਭੁੱਲੇ ਚੁੱਕੇ ਹੋਏ ਹਾਂ, ਤਾਂ ਹੇ ਪ੍ਰਭੂ ਫੇਰ ਵੀ ਅਸੀਂ ਤੇਰੇ ਹੀ ਹਾਂ। ਸੰਸਾਰਕ ਤ੍ਰੈਗੁਣੀ ਲਾਹਿਆਂ ਦੀ ਬੁੱਧੀ, ਮਾਇਆ ਮੋਹ ਪਈ ਰਿੱਧੀ ਸਿੱਧੀ ਦੀ ਸਾਨੂੰ ਪਰਵਾਹ ਨਹੀਂ। ਰੰਚਕ ਵੀ ਰੁਚੀ ਨਹੀਂ ਕਿ ਰਿੱਧੀਆਂ ਸਿੱਧੀਆਂ ਨਿਧੀਆਂ ਵਾਲੀ ਬੁੱਧ ਪ੍ਰਗਾਸ ਹੋਵੇ। ਇਹੋ ਜਾਚਨਾ ਹੈ ਕਿ ਵਿਸ਼ਿਆਂ ਵਿਕਾਰਾਂ ਅਤੇ ਆਦੀਆਂ ਵਿਆਦੀਆਂ ਉਪਾਦੀਆਂ ਦੀ ਨਗਰੀ ਵਿੱਚ ਗਰਸੇ ਹੋਏ ਜੀਵਾਂ ਨੂੰ ਹੱਥ ਦੇ ਕੇ ਕੱਢ ਲਵੋ। ਇੱਥੇ ਸਾਡਾ ਵਾਸ ਨਾ ਰਹੇ, ਇੱਕ ਤੇਰੇ ਨਾਮ ਵਿੱਚ ਹੀ ਨਿਵਾਸ ਰਹੇ। ਇੱਕ ਕਰਨਹਾਰ ਕਰਨ ਕਾਰਨ ਸਮਰੱਥ ਵਾਹਿਗੁਰੂ ਦੇ ਚਰਨਾਂ ਵਿੱਚ ਹੀ ਧਿਆਨ ਲੱਗਿਆ ਰਹੇ। ਵਾਹਿਗੁਰੂ ਦੇ ਇੱਕੋ ਨਾਮ ਦੀ ਹੀ ਇੱਕੋ ਟੇਕ ਬਣੀ ਰਹੇ। ਮਨ ਅੰਦਰ ਕੇਵਲ ਨਾਮ ਦਾ ਹੀ ਨਿਵਾਸ ਰਹੇ। ਇਹ ਮਨ ਸਹਿਜ ਬਿਸਰਾਮੀਏ ਨਾਮ ਨੂੰ ਹੀ, ਨਾਮ ਦੀ ਮਹਿਮਾ ਨੂੰ ਸੁਣ ਸੁਣ ਕੇ ਜੀਵੇ ਅਤੇ ਜੀਵਦਾ ਹੀ ਰਹੇ। ਕਿਉਂਕਿ ਇੱਕੋ ਨਾਮ ਹੀ, ਹੇ ਵਾਹਿਗੁਰੂ, ਇੱਕੋ ਤੇਰਾ ਨਾਮ ਹੀ ਸਰਬ ਪਾਪਾਂ ਨੂੰ ਖੰਡਣ ਹਾਰਾ, ਬਿਮੁੰਚਣ ਹਾਰਾ ਹੈ। ਇਹੋ ਸਰਬੋਤਮ ਕਰਮ ਹੀ ਸਭ ਕਰਮਾਂ ਤੋਂ ਭਲਾ ਹੈ। ਨਾਮ ਜਪਣ ਰੂਪੀ ਕਰਮ ਤੋਂ ਉੱਪਰ ਹੋਰ ਕੋਈ ਕਰਮ ਨਹੀਂ, ਇਹੀ ਪ੍ਰਧਾਨ ਕਰਮ ਹੈ। ਹੇ ਵਾਹਿਗੁਰੂ, ਤੂੰ ਅਗਣਤ ਜੀਆਂ ਦਾ ਦਾਤਾ ਹੈ, ਪਰ ਇਸ ਭੇਦ ਵਾਲੀ ਗੱਲ ਨੂੰ ਕਿਸੇ ਵਡਭਾਗੇ ਜਨ ਨੇ ਹੀ ਜਾਣਿਆ ਹੈ, ਜਿਸ ਨੂੰ ਤੂੰ ਜਣਾਇਆ ਹੈ। ਜਿਸ ਨੂੰ ਤੂੰ ਜਣਾਵੈਂ ਸੋਈ ਜਾਣੈ। ਤੂੰ ਬੇਅੰਤ ਸਾਹਿਬ ਹੈ, ਬੜਾ ਹੀ ਮਿਹਰਬਾਨ ਹੈ, ਸਭਸ ਜੀਵਾਂ ਉੱਤੇ ਹੀ ਮਿਹਰਬਾਨ ਹੈ, ਕਿਉਂਕਿ ਉਹਨਾਂ ਨੂੰ ਤੂੰ ਹੀ ਪਾਲਦਾ ਹੈ। ਜੋ ਜੋ ਜੀ ਜੰਤ ਤੈਂ ਉਪਾਏ ਹਨ, ਸਭਨਾਂ ਨੂੰ ਤੇਰੀ ਹੀ ਆਸ ਹੈ। ਸਭ ਦੀ ਤੂੰ ਹੀ ਪ੍ਰਤਪਾਲ ਕਰਦਾ ਹੈ। ਗੁਣਾਂ ਦੇ ਖਜ਼ਾਨੇ ਤਾਸ ਪ੍ਰਭੂ, ਸਭ ਤੈਨੂੰ ਹੀ ਯਾਚਨਾ ਕਰਦੇ ਹਨ। ਗੁਰੂ ਸਾਹਿਬ ਆਖਦੇ ਹਨ, ਹੇ ਵਾਹਿਗੁਰੂ, ਮੈਂ ਤੁਧ ਵਿਟੋਂ ਕੁਰਬਾਨ ਕੁਰਬਾਨ ਜਾਂਦਾ ਰਹਾਂ। ਬਿੰਦ ਬਿੰਦ ਚੁੱਕ ਚੁੱਕ ਹੋ ਕੇ ਤੇਰਾ ਨਾਮ ਜਪਦਾ ਰਹਾਂ। ਇਹੀ ਸੇਵਾ ਸਾਧਦਾ ਰਹਾਂ, ਇਹੀ ਕਰਮ ਕਮਾਉਂਦਾ ਰਹਾਂ। ਅਨਿਕ ਕਰਮ ਕੀਏ ਬਹੁ ਤੇਰੇ, ਜੋ ਕੀਜੈ ਸੋ ਬੰਧਨ ਪੈਰੇ। ਕੁਰਤਾ ਬੀਜ ਬੀਜੈ ਨਹੀਂ ਜੰਮੈ, ਸਭ ਲਾਹਾ ਮੂਲ ਗਵਾਏਂਦਾ। ਕਲ ਜੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਆਪ ਤਰੈ ਸਗਲੇ ਕੁਲ ਤਾਰੇ, ਹਰ ਦਰਗਾਹ ਪਤ ਸਿਉ ਜਾਏਂਦਾ। ਮਾਰੂ ਸੋਲ੍ਹੇ ਮਹੱਲਾ ਪੰਜਵਾਂ। ਵਿਆਖਿਆ। ਆਨਮਤੀਆਂ ਬਥੇਰੇ ਆਨਮਤ ਕਰਮ ਕੀਤੇ, ਜਿਹੜੇ ਜਿਹੜੇ ਕਰਮ ਵੀ ਕੀਤੇ ਸੋ ਬੰਧਨ ਰੂਪ ਹੋ ਕੇ ਪੁਕਰੇ। ਜਿਵੇਂ ਪੈਰਾਂ ਵਿੱਚ ਬੇੜੀਆਂ ਪੈ ਜਾਂਦੀਆਂ ਹਨ, ਤਿਵੇਂ ਨਾਮ ਤੋਂ ਬਿਨਾਂ ਹੋਰ ਸਭ ਆਨਮਤ ਕਰਮ ਬੰਧਨ ਹੋ ਕੇ ਚਿੰਬੜ ਜਾਂਦੇ ਹਨ ਕਰਮ ਕਰਨ ਹਾਰਿਆਂ ਨੂੰ। ਇਹਨਾਂ ਕਰਮਾਂ ਬੰਧਨਾਂ ਦੇ ਬੰਧੇ ਹੋਏ ਪਏ ਨਾਨਾ ਪ੍ਰਕਾਰ ਦੀਆਂ ਜੂਨੀਆਂ ਵਿੱਚ ਭਰਮਦੇ ਫਿਰਦੇ ਹਨ। ਕਲਯੁਗ ਅੰਦਰ ਤਾਂ ਕੇਵਲ ਨਾਮ ਦਾ ਬੀਜ ਹੀ ਬੀਜਿਆ ਹੋਇਆ ਫਲੀਭੂਤ ਹੁੰਦਾ ਹੈ। ਹੋਰ ਕਰਮਾਂ ਰੂਪੀ ਬੀਜ ਬੋਇਆ ਸਭ ਕਰੁੱਤਾ ਹੈ। ਸੋ ਕਰੁੱਤਾ ਬੀਜ ਬੀਜਿਆ ਜੰਮਦਾ ਨਹੀਂ। ਕਰੁੱਤਾ ਬੀਜ ਬੀਜਣ ਵਾਲੇ ਨੂੰ ਲਾਹਾ ਤਾਂ ਕੀ ਹੋਣਾ ਸੀ, ਸਗੋਂ ਆਪਣਾ ਮੂਲ ਵੀ ਗਵਾ ਬੈਂਦਾ ਹੈ। ਕਲਯੁਗ ਅੰਦਰ ਕੀਰਤਨ ਹਰੀ ਜਸ ਸਿਫਤ ਸਲਾਹ ਹੀ ਪ੍ਰਧਾਨ ਕਰਮ ਹੈ। ਤਾਂ ਤੇ ਵਾਹਿਗੁਰੂ ਨੂੰ ਹੀ ਧਿਆਨ ਲਾ ਕੇ ਜਪਣਾ ਹੀ ਉਚਿਤ ਹੈ। ਵਾਹਿਗੁਰੂ ਦਾ ਨਾਮ ਜਪ, ਨਾਮ ਅਭਿਆਸ ਹੀ ਕਲਯੁਗ ਅੰਦਰ ਪ੍ਰਧਾਨ ਕਰਮ ਹੈ। ਸਫਲ ਫਲਣ ਵਾਲਾ ਸਰਬੋਤਮ ਕਰਮ ਹੈ ਤੇ ਇਹ ਫਲ ਸਦਾ ਹੀ ਸਫਲ ਦਾ ਹੈ। ਪ੍ਰਧਾਨ ਕੀਰਤਨ ਵਾਲਾ ਸਿਫਤ ਸਲਾਹ ਵਾਹਿਗੁਰੂ ਨਾਮ ਜਪਣਹਾਰਾ ਆਪ ਖੁਦ ਵੀ ਇਸ ਭਵ ਸਾਗਰ ਤੋਂ ਤਰ ਜਾਂਦਾ ਹੈ ਅਤੇ ਸਾਰੀਆਂ ਆਪਣੀਆਂ ਕੁਲਾਂ ਨੂੰ ਵੀ ਤਾਰ ਲੈਂਦਾ ਹੈ। ਇਉਂ ਤਰ ਤਾਰ ਕੇ ਵਾਹਿਗੁਰੂ ਦੀ ਸੱਚੀ ਦਰਗਾਹ ਵਿਖੇ ਪਤ ਸ਼ੋਭਾ ਸਹਿਤ ਪੈਦਾ ਜਾਂਦਾ ਹੈ। ਗੁਰਮੁਖ ਦਾ ਅਰਥ ਇੱਥੇ ਵਾਹਿਗੁਰੂ ਹੈ। ਮੁਖੀ ਗੁਰੂ, ਗੁਰਾਂ ਸਿਰ ਗੁਰੂ ਵਾਹਿਗੁਰੂ ਹੀ ਹੈ।
ਗੁਰਮੁਖ ਦੇ ਅਰਥ ਇੱਥੇ ਗੁਰ ਉਪਦੇਸ਼ ਜਾਂ ਗੁਰੂ ਦੁਆਰਾ ਨਹੀਂ ਫਬਦੇ, ਕਿਉਂਕਿ ਜਪੀਐ ਲਾਏ ਧਿਆਨਾ, ਕਿਰਿਆ ਦਾ ਕਰਮ ਫੇਰ ਕੋਈ ਨਹੀਂ ਰਹਿੰਦਾ। ਜਪੀਐ ਤਾਂ ਕੀ ਜਪੀਐ, ਅਤੇ ਗੁਰਮੁਖ ਇੱਥੇ ਕਰਮ ਹੈ ਅਤੇ ਵਾਹਿਗੁਰੂ ਦੇ ਅਰਥਾਂ ਵਿੱਚ ਹੈ। ਵਾਹਿਗੁਰੂ ਨੂੰ ਜਪੀਏ ਧਿਆਨ ਲਾਇਕ ਹੈ। ਕੁਰੁੱਤੇ ਬੀਜ ਤੋਂ ਇਹ ਸ਼ੰਕਾ ਉਪਜ ਸਕਦਾ ਹੈ ਕਿ ਜੇ ਇਹੋ ਬੀਜ ਕਰਮ ਧਰਮਾਂ ਦਾ ਆਪੋ ਆਪਣੇ ਅਨੁਕੂਲ ਯੁਗ ਅੰਦਰ ਬੀਜਿਆ ਜਾਵੇ, ਫੇਰ ਤਾਂ ਉਗਵ ਪੈਂਦਾ ਹੋਣਾ ਹੈ। ਇਸ ਦਾ ਉੱਤਰ ਇਹ ਹੈ ਕਿ ਉਹਨਾਂ ਯੁਗਾਂ ਅੰਦਰ ਵੀ ਇਹ ਬੀਜ ਬੀਜੇ ਹੋਏ ਉਹ ਫਲ ਨਹੀਂ ਦਿੰਦੇ ਜੋ ਨਾਮ ਦਿੰਦਾ ਹੈ। ਤ੍ਰੈਗੁਣ ਸਾਧੀ ਕਰਮ ਰੂਪੀ ਭੂਮੀ ਵਿੱਚ ਬੀਜ ਬੀਜੇ ਹੋਏ ਤ੍ਰੈਗੁਣ ਮਾਇਆ ਧਾਤ ਵਾਲੇ ਫਲ ਹੀ ਦਿੰਦੇ ਹਨ। ਨਾਮ ਵਾਂਗੂ ਕਲਿਆਣਕਾਰੀ ਫਲ ਦਾਤੇ ਨਹੀਂ। ਇਹ ਨਾਮ ਹੀ ਹੈ ਜੋ ਸਾਰੇ ਯੁੱਗਾਂ ਵਿੱਚ ਬੀਜਿਆ ਸਫਲ ਫਲਦਾ ਹੈ। ਉਹੀ ਕਲਿਆਣਕਾਰੀ ਫਲ ਦਿੰਦਾ ਹੈ ਜੋ ਕਲਯੁਗ ਅੰਦਰ ਦਿੰਦਾ ਹੈ। ਕਲਯੁਗ ਤਾਂ ਸਾਰੇ ਯੁੱਗਾਂ ਦੇ ਕਰਮਾਂ ਨੂੰ ਸਫਲਾਉਣ ਯੋਗ ਹੈ, ਕਿਉਂਕਿ ਚੌਹਾਂ ਯੁੱਗਾਂ ਦਾ ਨਿਬੇੜਾ ਇਸੇ ਯੁੱਗ ਵਿੱਚ ਹੁੰਦਾ ਹੈ। ਸਾਰੇ ਯੁੱਗਾਂ ਦੇ ਕਰਮਾਂ ਸਿਰ ਪ੍ਰਧਾਨ ਕਰਮ ਹੈ ਗੁਰਮਤਿ ਨਾਮ ਅਭਿਆਸ, ਜੋ ਹੋਰਨਾਂ ਯੁੱਗਾਂ ਵਿੱਚ ਕੀਤੇ ਕਰਮਾਂ ਦਾ ਅੰਤ ਸੱਚ ਨਿਬੇੜਾ ਕਰਦਾ ਹੈ। ਸਾਡੇ ਸਾਰੇ ਕਰਮਾਂ ਨੂੰ ਜੋਤ ਸੁਧਰਨੀ ਕਲਾ ਦੁਆਰਾ ਸੋਧਦਾ ਹੈ।